गुण रोगी विच हूँ मैं कार कमाई। जिन किए तिसै न चेतै बपड़े हर गुरमुख सोजी पाई। हूँ मैं रोग सब जगत व्यापिया तिन का जन्म मरण दुख पारी। गुर प्रसादी को विरला छूटै तिस जन को हाउ बलिहारी। जिन शिष्ट साजी सोई हर जाने ताका रूप अपारो। नानक आपी वेख हर बिगसै गुरमुख ब्रह्म विचारो। जिन शिष्ट साजी सोई हर जाने ताका रूप अपारो। नानक आपे वेख हर बिगसै गुरमुख ब्रह्म विचारो। वाहिगुरु जी का खालसा वाहिगुरु जी की फतेह। जुगो जुगे अटल तन तन साहिब श्री गुरु ग्रंथ साहिब महाराज जी चौर तखत छतर गुरता गद्दी दे मालक सतगुरु साहिब जी दी पावन पवित्र गुरबाणी रचना दे विचों पावन अंग 735 तो अज अंमृत वेले दा श्री मुखवाक सतगुरां ने अपने मुखार बिंद तो बख्शिश कीता है। चौथे पातशाह सोढ़ी सुल्तान धन गुरु रामदास महाराज जी दी पावन रसना तो हिरदे तो उचारण किया होया है। हजूर फरमाउंदे ने कि सारा संसार रोगी है। इथों तक कि मनुख की अगवाई करने वाले या मनुख शरीर नूं बनाउण वाले इस शरीर की परवरिश करने वाले और इन्हां शरीरां की अंत वेले संभाल करने वेले जो करने वाले जिन्हां नूं तीन देवते कहा जाता है वो भी रोगी हैं। वो भी रोग तो रहत नहीं हुए। तो खुशकिस्मत हैं वो रब दे प्यारे वो हरि दे जन जिन्हां ने वाहिगुरु दा नाम सिमरन करके अपने अंदरों उस हौमे दे दीर्घ रोग नूं खत्म कर लिया है। तो हजूर फरमाउंदे ने मेरे राम हर जन आरोग पहे। हे मेरे राम हे मेरे भाई हरि दे जन केवल आरोग होए ने रोग तो रहत होए ने। भाव उन्होंने इस रोग ते फतेह प्राप्त की है।
ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ ਮੇਰੇ ਮਾਲਕ ਉਸ ਵਾਹਿਗੁਰੂ ਨੂੰ ਜਪਿਆ ਹੈ, ਉਹਦਾ ਸਿਮਰਨ ਕੀਤਾ ਹੈ, ਉਹਦੇ ਹੁਕਮਾਂ ਵਿੱਚ ਚੱਲ ਕੇ ਸੇਵਾ ਕੀਤੀ ਹੈ, ਤਿਨ ਕੇ ਹਉਮੈ ਰੋਗ ਗਏ। ਉਹਨਾਂ ਦੇ ਅੰਦਰੋਂ ਇਹ ਹਉਮੈ ਦਾ ਰੋਗ ਦੂਰ ਹੋਇਆ ਹੈ। ਅਸੀਂ ਵੇਖੀਏ ਤਾਂ ਸੰਸਾਰ ਦੇ ਵਿੱਚ ਹਉਮੈ ਪ੍ਰਵਾਨ ਨਹੀਂ ਹੈ, ਬਲਕਿ ਨਿਰੰਕਾਰ ਦੇ ਘਰ ਵਿੱਚ ਵੀ ਹਉਮੈ ਨੂੰ ਕੋਈ ਥਾਂ ਨਹੀਂ, ਹਉਮੈ ਦਾ ਕੋਈ ਟਿਕਾਣਾ ਨਹੀਂ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹਉਮੈ ਵਾਲੇ ਮਨੁੱਖ ਦੀ ਕੋਈ ਥਾਂ ਨਹੀਂ। ਤੋ ਪ੍ਰਕਿਰਤੀ ਦੇ ਅੰਦਰ ਅਸੀਂ ਵੇਖਦੇ ਹਾਂ ਕਿ ਦੋ ਜਣਿਆਂ ਦੇ ਕਤਲ ਸਭ ਤੋਂ ਵੱਧ ਹੁੰਦੇ ਨੇ ਔਰ ਰੋਜ਼ ਹੁੰਦੇ ਨੇ। ਉਹਨਾਂ ਵਿੱਚ ਇੱਕ ਤੇ ਹਉਮੈ ਵਾਲਾ ਤੇ ਇੱਕ ਉਹ ਹੈ ਜਿਹੜਾ ਲੋਕਾਂ ਨੂੰ ਸੁਚੇਤ ਕਰਦਾ ਹੈ। ਸਭ ਤੋਂ ਪਹਿਲਾਂ ਮੈਂ ਹਉਮੈ ਦੀ ਗੱਲ ਕਰਾਂ, ਕਿਉਂਕਿ ਪ੍ਰਕਰਨ ਅੱਜ ਦੇ ਸ਼ਬਦ ਵਿੱਚ ਹਉਮੈ ਹੈ। ਬੱਕਰੇ ਦੀ ਬੋਲੀ ਹੈ ਮੈਂ। ਬੱਕਰਾ ਜਦੋਂ ਵੀ ਬੋਲਦਾ ਕਹਿੰਦਾ ਮੈਂ, ਤੇ ਸਭ ਤੋਂ ਵੱਧ ਦੁਨੀਆ ਵਿੱਚ ਬੱਕਰਾ ਹੀ ਕਤਲ ਕੀਤਾ ਜਾਂਦਾ। ਉਹ ਬੱਕਰੇ ਦਾ ਕਤਲ ਨਹੀਂ, ਦਰਅਸਲ ਉਹ ਮੈਂ ਦਾ ਕਤਲ। ਮੈਂ ਨੂੰ ਮਾਰਿਆ ਜਾਂਦਾ ਕਿਉਂਕਿ ਉਹਦੀ ਬੋਲੀ ਮੈਂ, ਤੇ ਮੈਂ ਨੂੰ ਇੱਥੇ ਕੋਈ ਥਾਂ ਨਹੀਂ। ਇੱਥੇ ਤੇ ਤੂੰ ਕਹਿਣ ਵਾਲਾ ਹੀ ਉਹਦਾ ਰੂਪ ਹੁੰਦਾ ਹੈ। तू करता तू हुआ, मुझ में रहा ना हूं। जब आपा पर का मिट गया, जब देखा तक तू। कबीरा तू ही कबीर तू, तेरो नाव कबीर। कबीर कहता मैं ते कुछ भी नहीं, कबीर भी तू है, कबीरा भी तू है, ते मैं तेरा ही नाम जप रहा। मैनू तां लोग कबीर एवें कहते ने परमात्मा है। हक्का कबीर करीम तू, बेऐब परवतगार। गुरु नानक साहब की बाणी। तो मैं कोई थां नहीं। हरनाखश की दुनिया विच मैं सी। वो कहता सी मैं ही है सब कुछ। जले हरनाखश, थले हरनाखश, उबे हरनाखश, नबे हरनाखश, गिरे हरनाखश, गुफे हरनाखश। कहता सी बस हरनाखश ही हरनाखश है। कोई रब नहीं, कोई परमात्मा नहीं। ते अपने पुत्र तो ही उन्हें एक काम शुरू किया। कहता जे मेरा पुत्र ही मैनू रब ना मने, वो मेरा नाम ना जपे,
ਤਾਂ ਬਾਹਰ ਮੈਂ ਕਿਵੇਂ ਜਪਾਵਾਂ। ਇਸ ਲਈ ਪਹਿਲਾਂ ਘਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹਰ ਕੰਮ। ਜੇ ਆਪਣਾ ਪਰਿਵਾਰ ਨਹੀਂ ਸਾਡੀ ਗੱਲ ਮੰਨਦਾ ਤੇ ਬਾਹਰ ਕਿਵੇਂ ਅਸਰ ਹੋ ਸਕਦਾ ਹੈ, ਕਿਵੇਂ ਪ੍ਰਭਾਵ ਪੈ ਸਕਦਾ ਹੈ, ਕਿਵੇਂ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ। ਕਬੀਰ ਅਵਰੈ ਕਉ ਉਪਦੇਸ ਤੇ ਮੁਖ ਮੈਂ ਪਰ ਹੈ ਰੇ। ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ, ਕਿਉਂਕਿ ਮੈਂ ਨੂੰ ਥਾਂ ਹੀ ਕੋਈ ਨਹੀਂ। ਆਖੀਰ ਮੈਂ ਦਾ ਕਤਲ ਹੋਇਆ। ਮੈਨੂੰ ਨਰਸਿੰਘ ਨੇ ਆਣ ਕੇ ਆਪਣੀਆਂ ਨੌਂਦਰਾਂ ਦੇ ਨਾਲ ਉਹਦਾ ਪੇਟ ਪਾੜ ਕੇ ਮੈਂ ਦਾ ਕਤਲ ਕਰ ਦਿੱਤਾ, ਕਿਉਂਕਿ ਮੈਂ ਕਿਤੇ ਵੀ ਪ੍ਰਵਾਨ ਨਹੀਂ। ਤੋ ਜਿਨ੍ਹਾਂ ਦੇ ਅੰਦਰੋਂ ਇਹ ਮੈਂ ਨਹੀਂ ਦੂਰ ਹੋਈ, ਉਹ ਹੰਕਾਰੀ ਪੁਰਸ਼ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ। ਮੇਰੇ ਰਾਮ ਹਰ ਜਨ ਆਰੋਗ ਭਏ, ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ, ਤਿਨ ਕੇ ਹਉ ਮੈਂ ਰੋਗ ਗਏ। ਦੂਜਾ ਮੈਂ ਦੱਸਿਆ ਸੀ ਕਿ 2 ਕਤਲ ਕੀਤੇ ਜਾਂਦੇ। ਦੇਖੋ, ਕੁੱਕੜ ਦੀ ਆਦਤ ਹੈ ਅੰਮ੍ਰਿਤ ਵੇਲੇ ਬੋਲਣਾ, ਬਾਂਗ ਦੇਣੀ ਤੇ ਜਗਾਣਾ। ਅੱਜ ਕੱਲ੍ਹ ਤੇ ਘੱਟ ਹੈ, ਨਹੀਂ ਤੇ ਪੁਰਾਣੇ ਸਮੇਂ 'ਚ ਹਰ ਘਰ ਵਿੱਚ ਕੁੱਕੜ ਦੀਆਂ ਬਾਂਗਾਂ ਸੁਣਾਈ ਦਿੰਦੀਆਂ ਸਨ। ਅੰਮ੍ਰਿਤ ਵੇਲੇ ਲੋਕ ਉਹਦੀ ਆਵਾਜ਼ ਨਾਲ ਹੀ ਉੱਠਦੇ ਸਨ ਤੇ ਉਹਦੇ ਭਰੋਸੇ ਬੇਪਰਵਾਹ ਹੋ ਕੇ ਸੌ ਜਾਣਾ ਕਿ ਇਹਨੇ ਸਵੇਰੇ ਬਾਂਗ ਦੇ ਹੀ ਦੇਣੀ, ਕਿਉਂਕਿ ਇਹਦਾ ਸੁਭਾਅ ਹੈ। ਇਹ ਗੁਣ ਇਹਦੇ ਵਿੱਚ ਕੁਦਰਤ ਨੇ ਪਾਇਆ। ਇਹ ਸੁੱਤਿਆਂ ਨੂੰ ਜਗਾ ਦਿੰਦਾ ਹੈ, ਇਹ ਸੁੱਤਿਆਂ ਨੂੰ ਸੁਚੇਤ ਕਰਦਾ ਕਿ ਉਠੋ ਭਾਈ, ਅੰਮ੍ਰਿਤ ਵੇਲਾ ਹੋ ਗਿਆ। ਇਹਦਾ ਭਾਵ ਸਮਝਿਓ। ਅੱਜ ਵੀ ਜਿਹੜਾ ਮਨੁੱਖ ਸੁੱਤੀ ਪਈ ਦੁਨੀਆ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਸੁਚੇਤ ਕਰਦਾ ਹੈ ਕਿ ਬਈ ਸਾਵਧਾਨ ਹੋਵੋ, ਉਠੋ, ਤੁਹਾਡੇ ਘਰ ਡਾਕਾ ਪੈਣ ਵਾਲਾ ਹੈ, ਤੁਹਾਡੇ ਘਰ ਨੂੰ ਸੰਨ ਲੱਗਣ ਵਾਲੀ ਹੈ, ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਠੀਕ ਨਹੀਂ ਹੈ। ਅੱਜ ਤੱਕ ਜਿਨੇ ਵੀ ਇਹ ਬਾਂਗ ਦਿੱਤੀ, ਜਿਨੇ ਹਰੂਣਾ ਦਿੱਤਾ, ਜਿਨੇ ਵੀ ਸੁਚੇਤ ਕੀਤਾ, ਉਸ ਦਾ ਹੀ ਕਤਲ ਹੋ ਗਿਆ। ਉਸੇ ਨੂੰ ਸ਼ਹੀਦ ਕੀਤਾ ਗਿਆ। ਉਸੇ ਨੂੰ ਮੌਕੇ ਦੀਆਂ ਹਕੂਮਤਾਂ ਨੇ ਆਪਣਾ ਬਾਗੀ ਵਿਰੋਧੀ ਕਈ ਨਾਮ ਦੇ ਕੇ ਉਹਨਾਂ ਦੇ ਕਤਲ ਕਰ ਦਿੱਤੇ ਗਏ। ਤੋ ਇਸੇ ਤਰ੍ਹਾਂ ਇਹ 2 ਕਤਲ ਸਭ ਤੋਂ ਵੱਧ ਸੰਸਾਰ ਵਿੱਚ ਹੋਏ ਨੇ ਤੇ ਹੋ ਰਹੇ। ਖੈਰ, ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਨਾ, ਉਹਨਾਂ ਦੇ ਸਾਰੇ ਰੋਗ ਹੀ ਦੂਰ ਹੋ ਗਏ। ਕੇਵਲ ਹਉਮੈ ਦਾ ਰੋਗ ਹੀ ਨਹੀਂ ਮਨੁੱਖ ਦੇ ਵਿੱਚ, ਕਾਮ ਦਾ ਰੋਗ, ਕ੍ਰੋਧ ਦਾ ਰੋਗ, ਲੋਭ ਦਾ ਰੋਗ, ਮੋਹ ਦਾ ਰੋਗ, ਤ੍ਰਿਸ਼ਨਾ ਦਾ ਰੋਗ, ਆਸਾ ਦਾ ਰੋਗ, ਬੜੇ ਰੋਗਾਂ ਨਾਲ ਇਹ ਘਿਰਿਆ ਹੋਇਆ।
ਪਰ ਉਹਨਾਂ ਦੇ ਸਾਰੇ ਰੋਗ ਹੀ ਦੂਰ ਹੋ ਗਏ। ਗੁਰਬਾਣੀ ਪੜ੍ਹਨ ਦੇ ਨਾਲ, ਭਜਨ ਪਾਠ ਕਰਨ ਦੇ ਨਾਲ ਤੁਸੀਂ ਆਪਣੀ ਆਤਮਿਕ ਤੌਰ ਤੇ ਪ੍ਰਾਪਤੀ ਕਰਿਆ ਕਰੋ, ਆਤਮਿਕ ਤੌਰ ਤੇ ਬਲਵਾਨ ਹੋਇਆ ਕਰੋ। ਸਰੀਰ ਤੇ ਰੋਗਾਂ ਦਾ ਘਰ ਹੈ। ਸਰੀਰ ਤੰਦਰੁਸਤ ਹਮੇਸ਼ਾ ਕਿਸੇ ਦਾ ਨਹੀਂ ਰਹਿ ਸਕਦਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਗੁਰੂ ਘਰ ਵਿੱਚ ਵੈਦ ਪਰੰਪਰਾ ਤੁਰੀ ਸੀ। ਸਭ ਤੋਂ ਪਹਿਲਾ ਵੈਦ ਗੁਰੂ ਘਰ ਵਿੱਚ ਭਾਈ ਲਾਲੋ ਹੋਇਆ। ਭਾਈ ਲਾਲੋ ਦੋ ਹੋਏ ਨੇ। ਇੱਕ ਭਾਈ ਲਾਲੋ ਸੀ ਏਮਨਾਬਾਦ ਵਾਲਾ, ਜਿਹਦੇ ਕੋਲ ਗੁਰੂ ਨਾਨਕ ਸਾਹਿਬ ਜਾ ਕੇ ਜਦੋਂ ਉਦਾਸੀ ਤੋਂ ਵਾਪਸ ਪਰਤੇ, ਫਿਰ ਲਾਲੋ ਦੇ ਘਰ ਦੋ ਵਾਰੀ ਮਹਾਰਾਜ ਉੱਥੇ ਗਏ। ਇੱਕ ਉਹ ਭਾਈ ਲਾਲੋ ਸੀ। ਇੱਕ ਭਾਈ ਲਾਲੋ ਤੀਸਰੇ ਪਾਤਸ਼ਾਹ ਦੇ ਟਾਈਮ ਤੇ ਗੁਰੂ ਕਾ ਸਿੱਖ ਸੀ, ਡੱਲੇ ਪਿੰਡ ਦਾ, ਤੇ ਉਹ ਸੀ ਬਹੁਤ ਸਿਆਣਾ ਵੈਦ। ਦਵਾਈ ਬੂਟੀ ਕਰਦਾ ਸੀ, ਇਲਾਜ ਕਰਦਾ ਸੀ, ਤੇ ਸਰੀਰਕ ਰੋਗਾਂ ਦੇ ਇਲਾਜ ਵਾਸਤੇ ਗੁਰੂ ਘਰ ਵਿੱਚ ਵੀ ਡਿਸਪੈਂਸਰੀਆਂ, ਵੈਦ, ਦਵਾਖਾਨੇ ਇਹ ਚਲਾਏ ਗਏ ਸਨ, ਔਰ ਗੁਰੂ ਅਮਰਦਾਸ ਤੋਂ ਇਹ ਸ਼ੁਰੂ ਹੋ ਗਏ ਸਨ। ਸਤਵੇਂ ਪਾਤਸ਼ਾਹ ਜੀ ਦਾ ਪਰਸਨ ਇਤਿਹਾਸਕ ਦਿਨ ਆ ਰਿਹਾ ਹੈ, ਤੇ ਉਹਨਾਂ ਨੇ ਵੀ ਕੀਰਤਪੁਰ ਦੀ ਧਰਤੀ ਤੇ ਬਹੁਤ ਵੱਡਾ ਦਵਾਖਾਨਾ ਖੋਲ੍ਹਿਆ ਸੀ, ਮਨੁੱਖਤਾ ਦੇ ਸਰੀਰਕ ਰੋਗਾਂ ਨੂੰ ਠੀਕ ਕਰਨ ਵਾਸਤੇ। ਇਸ ਲਈ ਗੁਰਬਾਣੀ ਸਿਮਰਨ ਤੇ ਗੁਰੂ ਸਾਹਿਬ ਸਾਨੂੰ ਮਾਨਸਿਕ ਤੌਰ ਤੇ ਤੰਦਰੁਸਤ ਤੇ ਬਲਵਾਨ ਕਰਦੇ। ਸਰੀਰਕ ਰੋਗਾਂ ਦੇ ਇਲਾਜ ਵਾਸਤੇ ਤੇ ਹਕੀਮ, ਡਾਕਟਰ, ਵੈਦ, ਮੈਡੀਕਲ ਸਾਇੰਸ ਅੱਜ ਕੱਲ੍ਹ ਬਹੁਤ ਤਰੱਕੀ ਕਰ ਚੁੱਕੀ। ਪੈਰ ਪੈਰ ਤੇ ਕਲੀਨਿਕ ਤੇ ਡਾਕਟਰ, ਬੜੇ ਵੱਡੇ ਵੱਡੇ ਹਸਪੀਟਲ। ਸਿਮਰਨ ਕਰੋ ਤੇ ਹਉਮੈ ਦਾ ਰੋਗ ਖਤਮ ਕਰਨ ਵਾਸਤੇ ਕਰੋ। ਤਿਨਕੇ ਸਭ ਰੋਗ ਗਵਾਏ, ਉਹਨਾਂ ਦੇ ਵਿਕਾਰਾਂ ਰੂਪੀ ਸਾਰੇ ਰੋਗ ਦੂਰ ਕਰ ਦਿੱਤੇ। ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹਉਮੈ ਰੋਗ ਗਏ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ, ਗੁਰੂ ਦੁਆਰਾ ਜਿਨ੍ਹਾਂ ਨੇ ਨਾਮ ਜਪਿਆ, ਇਸ ਗੱਲ ਤੇ ਬੜਾ ਜ਼ੋਰ ਦਿੱਤਾ ਗੁਰੂ ਕਿਆ ਨੇ। ਗੁਰੂ ਦੁਆਰਾ ਨਾਮ, ਗੁਰੂ ਵਾਲੇ ਬਣ ਕੇ ਨਾਮ ਜਪੋ। ਹਰ ਧਰਮ ਵਿੱਚ ਧਰਮ ਦਾ ਸੰਸਕਾਰ ਹੁੰਦਾ ਹੈ। ਜਦੋਂ ਬੱਚਾ ਸੁਰਤ ਸੰਭਾਲਣ ਜੋਗਾ ਹੋਵੇ ਨਾ, ਉਦੋਂ ਉਹਨੂੰ ਧਾਰਮਿਕ ਸੰਸਕਾਰ ਕਰਵਾਇਆ ਜਾਂਦਾ, ਉਹਨੂੰ ਧਰਮ ਧਾਰਨ ਕਰਵਾਇਆ ਜਾਂਦਾ ਹੈ। ਧਰਮ ਕੋਈ ਖਾਨਦਾਨੀ ਜੱਦੀ ਪੁਸ਼ਤੀ ਨਹੀਂ ਹੁੰਦਾ। ਨਾਮ ਸਿਮਰਨ ਧਰਮ ਜਿਹਨੇ ਕਮਾਉਣਾ ਨਾ, ਉਹਦਾ ਹੱਕਦਾਰ ਉਹੀ ਹੈ। ਉਹ ਇਹ ਨਾ ਸੋਚੇ ਕਿ ਮੇਰੇ ਪਿਓ ਨੇ ਬੜਾ ਧਰਮ ਕਮਾਇਆ ਸੀ, ਮੈਨੂੰ ਲੋੜ ਨਹੀਂ, ਜਾਂ ਮੈਂ ਕਮਾ ਰਿਹਾ, ਮੇਰੇ ਪੁੱਤਰਾਂ ਨੂੰ ਲੋੜ ਨਹੀਂ। ਤੋ ਜਿਨ੍ਹਾਂ ਨੇ ਗੁਰੂ ਦੁਆਰਾ, ਗੁਰੂ ਬਚਨਾਂ ਦੁਆਰਾ, ਗੁਰੂ ਵਾਲੇ ਬਣ ਕੇ, ਗੁਰ ਮੰਤਰ ਲੈ ਕੇ ਨਾਮ ਜਪਿਆ, ਇਹ ਉਹਨਾਂ ਨੂੰ ਰਹਿਮਤਾਂ ਮਿਲਦੀਆਂ ਨੇ। ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਇਹ ਬ੍ਰਹਮਾ ਵੀ ਰੋਗੀ ਹੈ, ਵਿਸ਼ਨੂੰ ਵੀ ਰੋਗੀ ਹੈ, ਮਹਾਦੇਵ ਸ਼ਿਵ ਜੀ ਵੀ ਰੋਗੀ ਹੈ। ਇਹ ਤ੍ਰਿਗੁਣੀ ਦੇਵਤੇ ਨੇ। ਜੇ ਇਹ ਰੋਗੀ ਹੈ
ਤੇ ਤਿੰਨੇ ਗੁਣ ਵੀ ਰੋਗੀ ਹੈ। ਵਿੱਚ ਹਉਮੈ ਕਾਰ ਕਮਾਈ, ਕਿਉਂਕਿ ਇਹਨਾਂ ਦੀ ਜੋ ਕਾਰ ਕੰਮ ਡਿਊਟੀ ਪ੍ਰਮਾਤਮਾ ਨੇ ਲਾਈ, ਇਹ ਉਹਨੂੰ ਕਰਦੇ ਕਰਦੇ ਹੰਕਾਰੀ ਹੋ ਜਾਂਦੇ ਨੇ, ਆਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਪੈਂਦੇ। ਬ੍ਰਹਮਾ ਆਪ ਹੀ ਪਾਰ ਬ੍ਰਹਮ ਬਖਾਨਾ, ਵਿਸ਼ਨ ਆਪ ਹੀ ਕੋਠ ਹੈ ਰਾਇਓ। ਇਹ ਸਾਰੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ, ਹਉਮੈ ਆ ਗਈ। ਇਸ ਕਰਕੇ ਇਹ ਵੀ ਰੋਗੀ ਨੇ। ਭਾਵੇਂ ਇਹਨਾਂ ਦੀ ਹਉਮੈ ਸਦਾ ਨਹੀਂ ਰਹਿੰਦੀ, ਪਰਮਾਤਮਾ ਐਸਾ ਕੌਤਕ ਵਰਤਾਉਂਦਾ ਇਹਨਾਂ ਦੀ ਹਉਮੈ ਨੂੰ ਠੇਸ ਪਹੁੰਚਦੀ। ਜਿਨ ਕੀਏ ਤਿਸੈ ਨਾ ਚੇਤੈ, ਬਪੜੇ ਹਰ ਗੁਰਮੁਖ ਸੋਝੀ ਪਾਈ। ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਇਹ ਬਪੜਾ ਵਿਚਾਰਾ ਤੁਛ ਜੀਵ ਉਹਨੂੰ ਚੇਤੇ ਨਹੀਂ ਕਰਦਾ, ਪਰ ਜਿਹੜੇ ਗੁਰਮੁਖ ਹੈ, ਇਹ ਗੁਰੂ ਦੁਆਰਾ, ਗੁਰਮੁਖਾਂ ਦੁਆਰਾ ਉਹਦੀ ਸੋਝੀ ਪ੍ਰਾਪਤ ਨਹੀਂ ਕਰਦਾ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕਉ ਜਨਮ ਮਰਨ ਦੁਖ ਭਾਰੀ। ਹਉਮੈ ਦਾ ਰੋਗ ਸਾਰੇ ਜਗਤ ਨੂੰ ਚੰਬੜਿਆ ਹੋਇਆ ਹੈ। ਇਸੇ ਕਰਕੇ ਸਾਰਾ ਜਗਤ ਹਉਮੈ ਕਰਕੇ ਹੀ ਜੰਮਣ ਮਰਨ ਦੇ ਦੁੱਖ ਵਿੱਚ ਪਿਆ ਹੋਇਆ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕਉ ਹਉ ਬਲਿਹਾਰੀ। ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਛੁੱਟਿਆ ਹੈ। ਮਹਾਰਾਜ ਕਹਿੰਦੇ ਜਿਹੜਾ ਹਉਮੈ ਤੋਂ ਛੁੱਟ ਗਿਆ, ਮੈਂ ਉਹਦੇ ਤੋਂ ਬਲਿਹਾਰ, ਮੈਂ ਉਹਦੇ ਤੋਂ ਕੁਰਬਾਨ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੂ। ਜਿਸ ਪ੍ਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ, ਇਹਦੀ ਪਦਾਇਸ਼ ਦੀ, ਪਾਲਣਾ ਦੀ, ਇਹਦੀ ਸੰਭਾਲ ਦੀ ਉਸੇ ਨੂੰ ਜ਼ਿੰਮੇਵਾਰੀ ਹੈ, ਔਰ ਉਹੀ ਕਰ ਰਿਹਾ ਹੈ, ਉਹੀ ਜਾਣਦਾ ਹੈ ਆਪਣੀ ਸ੍ਰਿਸ਼ਟੀ ਦੇ ਸਾਰੇ ਭੇਦ ਨੂੰ। ਉਹਨੇ ਕਿੱਥੇ ਕਿੱਥੇ ਜੀਵ ਪੈਦਾ ਕੀਤੇ ਅਸੀਂ ਨਹੀਂ ਜਾਣਦੇ, ਉਹ ਜਾਣਦਾ, ਤੇ ਉਹ ਆਪ ਹੀ ਉਹਨਾਂ ਦੀ ਪਰਵਰਿਸ਼ ਤੇ ਪਾਲਣਾ ਕਰ ਰਿਹਾ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਚੌਥੇ ਗੁਰੂ ਨਾਨਕ ਫਰਮਾਉਂਦੇ ਨੇ ਕਿ ਉਹ ਆਪ ਹੀ ਆਪਣੀ ਸ੍ਰਿਸ਼ਟੀ ਨੂੰ ਵੇਖਦਾ ਹੈ ਤੇ ਆਪ ਹੀ ਫਿਰ ਖੁਸ਼ ਹੁੰਦਾ ਹੈ। ਤੇ ਗੁਰਮੁਖ ਬ੍ਰਹਮ ਵਿਚਾਰੋ, ਤੇ ਗੁਰਮੁਖ ਉਹਦੇ ਪਾਰ ਬ੍ਰਹਮ ਦੀ ਵਿਚਾਰ ਕਰਦੇ ਨੇ, ਤੇ ਗੁਰਮੁਖਾਂ ਵੱਲ ਵੇਖ ਕੇ ਵੀ ਉਹ ਖੁਸ਼ ਹੁੰਦਾ ਹੈ ਕਿ ਵੇਖੋ ਇਹ ਕਿਵੇਂ ਮੇਰੇ ਨਾਲ ਜੁੜੇ ਹੋਏ ਨੇ, ਤੇ ਇਹ ਬਾਕੀ ਦੀ ਸ੍ਰਿਸ਼ਟੀ ਸਾਰੀ ਆਪੋ ਆਪਣੇ ਰੰਗ ਵਿੱਚ ਹੀ ਰਤੀ ਹੋਈ ਹੈ। ਆਪਣੇ ਰੰਗ ਸਭ ਕੋ ਰਵੇ। तो इस प्रकार वाहिगुरु दी लीला है। वाहिगुरु अपनी लीला नूं देख के आप ही खुश ते प्रसन्न हो रहा है। हुक्मी हुक्म चलाए राह, नानक विगसै बेपरवाह। उल चुक दी खिमा करनी, समूह साध संगत दी हाजरी, गुरु दर प्रवान होवे तो सतगुरु सब दियां मनोभावना गुरमत अनुसार पूरियां करन। वाहिगुरु जी का खालसा, वाहिगुरु जी की फतेह।